ਵਸੀਅਤ ਨਹੀਂ ਹੁੰਦੀ ਤੇ ਜਿਹੜੇ ਜਾਇਦਾਦ ਦੇ ਕੰਮ ਨੇ ਉਹ ਉਲਝਦੇ ਹੀ ਚਲੇ ਜਾਂਦੇ ਨੇ। ਅਸਲ ਦੇ ਵਿੱਚ ਵਸੀਅਤ ਹੈ ਕੀ? ਉਸ ਲਿਖਤ ਦੇ ਵਿੱਚ ਆਪਣੀ ਜਾਇਦਾਦ ਬਾਰੇ ਘੋਸ਼ਣਾ ਕਰਦਾ ਹੈ ਕਿ ਮੇਰੇ ਮਰਨ ਉਪਰੰਤ ਇਹ ਜਾਇਦਾਦ ਕਿਸ ਤਰ੍ਹਾਂ ਵੰਡੀ ਜਾਏਗੀ ਜੀ, ਜਾਂ ਕਿਸ ਤਰੀਕੇ ਨਾਲ ਉਹਨਾਂ ਦੇ ਵਾਰਸਾਂ ਨੂੰ ਇਹਦਾ ਹੱਕ ਹਾਸਲ ਹੋਏਗਾ। ਰਜਿਸਟਰਡ ਵਸੀਅਤ ਉਹ ਹੁੰਦੀ ਹੈ ਜੋ ਇੱਕ ਵਿਅਕਤੀ ਸੰਬੰਧਿਤ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜੋ ਵੀ ਉਸ ਦਿਨ ਸਬ ਰਜਿਸਟਰਾਰ ਦੀਆਂ ਸ਼ਕਤੀਆਂ ਦਾ ਉਪਯੋਗ ਕਰ ਰਿਹਾ ਹੈ ਉਸ ਦੇ ਸਨਮੁਖ ਜਾ ਕੇ ਪੇਸ਼ ਹੋ ਕੇ ਆਪਣੀ ਵਸੀਅਤ ਪੇਸ਼ ਕਰਦਾ ਹੈ। ਇੰਨਾ ਹੀ ਨਹੀਂ, ਕੋਈ ਵੀ ਵਿਅਕਤੀ ਆਪਣੇ ਜਿਉਂਦੇ ਜੀ ਜਿੰਨੀ ਵਾਰ ਮਰਜ਼ੀ ਵਸੀਅਤ ਬਦਲ ਸਕਦਾ ਹੈ। ਅੱਜ ਵਸੀਅਤ ਕਰਾਤੀ, ਜੇ ਉਹਦਾ ਸਾਲ ਬਾਅਦ ਮਨ ਬਦਲਦਾ ਹੈ ਜੀ ਕਿ ਮੇਰੇ ਤੋਂ ਤਾਂ ਗਲਤ ਹੋ ਗਿਆ, ਮੈਂ ਇਹ ਹਿੱਸਾ ਫਲਾਣੇ ਨੂੰ ਦੇਣਾ ਸੀ, ਇਹ ਹਿੱਸਾ ਫਲਾਣੇ ਨੂੰ ਦੇਣਾ ਸੀ, ਇਸ ਵਾਰਸ ਨੂੰ ਮੈਂ ਕੁਛ ਨਹੀਂ ਸੀ ਦੇਣਾ, ਜਾਂ ਮੈਂ ਆਪਣੀਆਂ ਲੜਕੀਆਂ ਨੂੰ ਕੁਛ ਨਹੀਂ ਸੀ ਦੇਣਾ, ਤਾਂ ਉਹ ਆਪਣੀ ਵਸੀਅਤ ਬਦਲ ਸਕਦਾ ਹੈ। ਕੋਈ ਵੀ ਵਿਅਕਤੀ ਆਪਣੀ ਵਸੀਅਤ ਆਪ ਲਿਖ ਕੇ ਜੀ ਬਿਨਾਂ ਰਜਿਸਟਰ ਕਰਾਏ ਜ਼ਿਲ੍ਹੇ ਦੇ ਕਲੈਕਟਰ ਕੋਲ, ਜਿਹਨੂੰ ਕਿ ਰਜਿਸਟਰਾਰ ਦੀਆਂ ਪਾਵਰਾਂ ਵੀ ਹੁੰਦੀਆਂ, ਡਿਸਟ੍ਰਿਕਟ ਮੈਜਿਸਟਰੇਟ ਦੀਆਂ ਪਾਵਰਾਂ ਵੀ ਹੁੰਦੀਆਂ ਜੀ, ਉਹਨਾਂ ਕੋਲ ਇੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਇਹ ਜਿਹੀ ਵਸੀਅਤ ਨੂੰ ਉਹ ਆਪਣੇ ਇੱਕ ਬੰਦ ਲਿਫਾਫੇ 'ਚ ਸੀਲ ਕਰਕੇ ਉਹ ਰਜਿਸਟਰਾਰ ਦੇ ਕੋਲ ਜਮ੍ਹਾਂ ਕਰਾ ਸਕਦਾ। ਕੁਰਸੀਨਾਮਾ ਜਿਹੜਾ ਹੈਗਾ ਉਹ ਇੰਤਕਾਲ ਦੇ ਪਿਛਲੇ ਪਾਸੇ ਬਣਾਇਆ ਜਾਂਦਾ ਜੀ, ਉਸ 'ਤੇ ਉਸ ਨੰਬਰਦਾਰ ਦੇ, ਉਸ ਸਰਪੰਚ ਦੇ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਕਿ ਮੈਂ ਇਹਨੂੰ ਇੰਨੀ ਦੇਰ ਤੋਂ ਜਾਣਦਾ, ਇਸ ਵਿਅਕਤੀ ਦੇ ਇਹੀ ਵਾਰਸ ਹੈ, ਇਹਨਾਂ ਤੋਂ ਇਲਾਵਾ ਹੋਰ ਕੋਈ ਵਾਰਸ ਨਹੀਂ ਹੈ। ਉਹਦੇ 'ਚ ਜਿਹੜੇ ਵਾਰਸ ਮਰ ਚੁੱਕੇ ਹੁੰਦੇ ਆ ਉਹਨਾਂ ਦਾ ਵੇਰਵਾ ਦਿੱਤਾ ਜਾਂਦਾ ਜੀ, ਉਹਨਾਂ ਦੇ ਲੜਕੀਆਂ ਦਾ ਵੇਰਵਾ ਦਿੱਤਾ ਜਾਂਦਾ, ਲੜਕਿਆਂ ਦਾ ਵੇਰਵਾ ਦਿੱਤਾ ਜਾਂਦਾ। ਠੀਕ ਹੈ, ਜੇ ਇੱਕ ਵਿਅਕਤੀ ਦੇ ਇੱਕ ਜਾਂ ਦੋ ਤੋਂ ਵੱਧ ਵਿਆਹ ਹੈ ਤਾਂ ਉਹਨਾਂ ਦਾ ਵੇਰਵਾ ਦਿੱਤਾ ਜਾਂਦਾ ਜੀ। ਵੈਸੇ ਵਸੀਅਤ 'ਚ ਲਿਖਦੇ ਮੇਰੀ ਚੱਲ ਅਤੇ ਅਚਲ ਜਾਇਦਾਦ ਦਾ ਮਾਲਕ ਫਲਾਣਾ 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 ਹੋਏਗਾ। ਬਿਲਕੁਲ ਜੀ, ਠੀਕ ਹੈ। ਇਸੇ ਤਰ੍ਹਾਂ ਸੋਨਾ ਚਾਂਦੀ ਬੈਂਕ ਬੈਲੈਂਸ ਉਹ ਵੀ ਚੱਲ ਜਾਇਦਾਦ 'ਚ ਆ ਜਾਂਦਾ ਜੀ, ਕਿਉਂਕਿ ਉਹ ਧਰਤੀ ਨਾਲ ਜੁੜੀ ਹੋਈ ਨਹੀਂ ਹੈ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾਇਦਾਦ ਦੇ ਉੱਤੇ ਚਰਚਾ ਕਰਦੇ ਹਾਂ, ਜਾਇਦਾਦ ਦੇ ਨਾਲ ਸੰਬੰਧਿਤ ਕਾਨੂੰਨ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ। ਅੱਜ ਚਰਚਾ ਕਰਾਂਗੇ ਵਸੀਅਤ ਦੇ ਉੱਤੇ। ਵਸੀਅਤ ਹੁੰਦੀ ਕੀ ਹੈ, ਕੌਣ ਵਸੀਅਤ ਕਰ ਸਕਦਾ ਹੈ, ਵਸੀਅਤ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਾਂਗੇ। ਚਰਚਾ ਦਾ ਹਿੱਸਾ ਬਣੇ ਨੇ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸਾਹਿਬ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਜੀ। ਧੰਨਵਾਦ ਜੀ। ਆਹਲੂਵਾਲੀਆ ਸਾਹਿਬ, ਅਕਸਰ ਸੁਣਿਆ ਜਾਂਦਾ ਹੈ ਕਿ ਕਿਸੇ ਨੇ ਵਸੀਅਤ ਕਰਤੀ ਤਾਂ ਉਹਦੇ ਬੱਚਿਆਂ ਦੇ ਨਾਮ ਉਹਦੀ ਜ਼ਮੀਨ ਜਾਇਦਾਦ ਹੋ ਗਈ। ਦੂਜੇ ਪਾਸੇ ਕਈ ਵਾਰ ਇਹੋ ਜਿਹੇ ਮਸਲੇ ਸਾਹਮਣੇ ਆ ਜਾਂਦੇ ਨੇ ਕਿ ਵਸੀਅਤ ਨਹੀਂ ਹੁੰਦੀ ਤੇ ਜਿਹੜੇ ਜਾਇਦਾਦ ਦੇ ਕੰਮ ਨੇ ਉਹ ਉਲਝਦੇ ਹੀ ਚਲੇ ਜਾਂਦੇ ਨੇ। ਅਸਲ ਦੇ ਵਿੱਚ ਵਸੀਅਤ ਹੈ ਕੀ? ਧਰਮਿੰਦਰ ਜੀ, ਤੁਹਾਡਾ ਬਹੁਤ ਹੀ ਸੁਲਝਿਆ ਹੋਇਆ ਇੱਕ ਵੇਰਵਾ ਹੈ ਇਹਦੇ 'ਚ। ਵਸੀਅਤ ਜੋ ਵਿਅਕਤੀ ਚੱਲ ਜਾਂ ਅਚਲ ਜਾਇਦਾਦ ਦਾ ਮਾਲਕ ਹੈ ਜੀ, ਉਹ ਆਪਣੀ ਉਸ ਜਾਇਦਾਦ ਸੰਬੰਧੀ ਇੱਕ ਲਿਖਤ ਕਰਦਾ ਹੈ ਆਪਣੇ ਜਿਉਂਦੇ ਜੀ ਕਿ ਮੇਰੇ ਇਸ ਜਾਇਦਾਦ ਦਾ ਮਾਲਕ ਮੇਰਾ ਫਲਾਣਾ ਵਾਰਸ ਹੋਏਗਾ, ਇਸ ਜਾਇਦਾਦ ਦਾ ਮਾਲਕ ਮੇਰਾ ਫਲਾਣਾ ਵਾਰਸ ਹੋਏਗਾ। ਮਤਲਬ ਕਿ ਉਹ ਆਪਣੇ ਉਸ ਲਿਖਤ ਦੇ ਵਿੱਚ ਆਪਣੀ ਜਾਇਦਾਦ ਬਾਰੇ ਘੋਸ਼ਣਾ ਕਰਦਾ ਹੈ ਕਿ ਮੇਰੇ ਮਰਨ ਉਪਰੰਤ ਇਹ ਜਾਇਦਾਦ ਕਿਸ ਤਰ੍ਹਾਂ ਵੰਡੀ ਜਾਏਗੀ ਜੀ, ਜਾਂ ਕਿਸ ਤਰੀਕੇ ਨਾਲ ਉਹਨਾਂ ਦੇ ਵਾਰਸਾਂ ਨੂੰ ਇਹਦਾ ਹੱਕ ਹਾਸਲ ਹੋਏਗਾ। ਵਸੀਅਤ ਆਮ ਤੌਰ 'ਤੇ
ਦੋ ਕਿਸਮ ਦੀ ਪ੍ਰਚਲਿਤ ਹੈ। ਇੱਕ ਰਜਿਸਟਰਡ ਵਸੀਅਤ ਹੁੰਦੀ ਹੈ ਜੀ, ਇੱਕ ਹੁੰਦੀ ਹੈ ਅਨਰਜਿਸਟਰਡ ਵਸੀਅਤ। ਰਜਿਸਟਰਡ ਵਸੀਅਤ ਉਹ ਹੁੰਦੀ ਹੈ ਜੋ ਇੱਕ ਵਿਅਕਤੀ ਸੰਬੰਧਿਤ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜੋ ਵੀ ਉਸ ਦਿਨ ਸਬ ਰਜਿਸਟਰਾਰ ਦੀਆਂ ਸ਼ਕਤੀਆਂ ਦਾ ਉਪਯੋਗ ਕਰ ਰਿਹਾ ਹੈ ਉਸ ਦੇ ਸਨਮੁਖ ਜਾ ਕੇ ਪੇਸ਼ ਹੋ ਕੇ ਆਪਣੀ ਉਹ ਵਸੀਅਤ ਪੇਸ਼ ਕਰਦਾ ਜੀ, ਜਿਹਦੀਆਂ ਦੋ ਕਾਪੀਆਂ ਹੁੰਦੀਆਂ। ਇੱਕ ਕਾਪੀ ਤਾਂ ਸਬ ਰਜਿਸਟਰਾਰ ਦੇ ਦਫ਼ਤਰ ਵਿੱਚ ਬੇਹੀ ਨੰਬਰ 3 'ਚ ਦਰਜ ਹੋ ਕੇ ਉਹਨਾਂ ਦੇ ਦਫ਼ਤਰ 'ਚ ਰਹਿ ਜਾਂਦੀ ਹੈ ਜੀ। ਉਸੇ ਦੀ ਇੱਕ ਕਾਪੀ ਸਬ ਰਜਿਸਟਰਾਰ ਵੱਲੋਂ ਤਸਦੀਕ ਕਰਕੇ ਕਿਸ ਦਿਨ ਪੇਸ਼ ਹੋਈ, ਕਿਸ ਨੇ ਪੇਸ਼ ਕੀਤੀ, ਉਹਦੇ ਗਵਾਹ ਕੌਣ ਸੀ, ਉਹ ਰਜਿਸਟਰ ਕਰਕੇ ਉਸ ਵਿਅਕਤੀ ਨੂੰ ਦੇ ਦਿੰਦੇ ਆ, ਜਿਹਦੇ ਨਾਲ ਇਹ ਵਸੀਅਤ ਉਸ ਵਿਅਕਤੀ ਦੇ ਮਰਨ ਤੋਂ ਬਾਅਦ ਲਾਗੂ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਕੋਈ ਵੀ ਵਿਅਕਤੀ ਆਪਣੇ ਜਿਉਂਦੇ ਜੀ ਜਿੰਨੀ ਵਾਰ ਮਰਜ਼ੀ ਵਸੀਅਤ ਬਦਲ ਸਕਦਾ ਹੈ। ਅੱਜ ਵਸੀਅਤ ਕਰਾਤੀ, ਜੇ ਉਹਦਾ ਸਾਲ ਬਾਅਦ ਮਨ ਬਦਲਦਾ ਹੈ ਜੀ ਕਿ ਮੇਰੇ ਤੋਂ ਤਾਂ ਗਲਤ ਹੋ ਗਿਆ, ਮੈਂ ਇਹ ਹਿੱਸਾ ਫਲਾਣੇ ਨੂੰ ਦੇਣਾ ਸੀ, ਇਹ ਹਿੱਸਾ ਫਲਾਣੇ ਨੂੰ ਦੇਣਾ ਸੀ, ਇਸ ਵਾਰਸ ਨੂੰ ਮੈਂ ਕੁਛ ਨਹੀਂ ਸੀ ਦੇਣਾ, ਜਾਂ ਮੈਂ ਆਪਣੀਆਂ ਲੜਕੀਆਂ ਨੂੰ ਕੁਛ ਨਹੀਂ ਸੀ ਦੇਣਾ, ਤਾਂ ਉਹ ਆਪਣੀ ਵਸੀਅਤ ਬਦਲ ਸਕਦਾ ਹੈ ਜੀ, ਉਸ ਨੂੰ ਕੈਂਸਲ ਕਰਾ ਕੇ ਨਵੇਂ ਸਿਰੇ ਤੋਂ ਵਸੀਅਤ ਕਰਾ ਸਕਦਾ। ਇਸੇ ਤਰ੍ਹਾਂ ਆਪਣੇ ਜਿਉਂਦੇ ਜੀ ਜਿੰਨੀ ਵਾਰ ਮਰਜ਼ੀ ਆਪਣੀ ਵਸੀਅਤ ਨੂੰ ਆਪਣੀ ਮਰਜ਼ੀ ਨਾਲ ਬਦਲ ਸਕਦਾ ਜੀ। ਉਸ ਵਿੱਚ ਲਿਖਤ ਦੇਣੀ ਪੈਂਦੀ ਹੈ ਉਹਨੂੰ ਕਿ ਮੈਂ ਫਲਾਂ ਤਰੀਕ ਨੂੰ ਵਸੀਅਤ ਕਰਾਈ ਸੀ, ਉਹਨੂੰ ਮੈਂ ਰੱਦ ਕਰਦਾ ਅਤੇ ਮੇਰੀ ਅੱਜ ਤੋਂ ਇਹ ਮੇਰੀ ਨਵੀਂ ਵਸੀਅਤ ਹੋਏਗੀ ਜੀ। ਉਸੇ ਪ੍ਰੋਸੀਜਰ ਦੇ ਨਾਲ ਉਹਨੂੰ ਰਜਿਸਟਰਡ ਹੋ ਜਾਂਦੀ ਹੈ ਜੀ। ਇੱਕ ਹੁੰਦੀ ਹੈ ਅਨਰਜਿਸਟਰਡ ਵਸੀਅਤ। ਮੰਨ ਲਓ ਕਿਸੇ ਵਿਅਕਤੀ ਨੇ ਆਪਣੀ ਜਾਇਦਾਦ ਸੰਬੰਧੀ ਵਸੀਅਤ ਲਿਖ ਤਾਂ ਲਿੱਤੀ ਜੀ, ਪਰ ਉਹ ਸਬ ਰਜਿਸਟਰਾਰ ਦੇ ਦਫ਼ਤਰ 'ਚ ਨਹੀਂ ਗਿਆ, ਉੱਥੇ ਉਹਨੇ ਕੋਈ ਆਪਣੇ ਗਵਾਹ ਪੇਸ਼ ਕਰਕੇ ਉਸ ਨੂੰ ਰਜਿਸਟਰ ਨਹੀਂ ਕਰਾਇਆ ਜੀ। ਰਜਿਸਟਰ ਕਰਨ ਦੀ ਬਜਾਏ ਸਗੋਂ ਉਹਨੂੰ ਆਪਣੇ ਕਿਸੇ ਖਾਸ ਸਥਾਨ 'ਤੇ ਰੱਖ ਦਿੱਤਾ ਅਤੇ ਆਪਣੇ ਕਿਸੇ ਇੱਕ ਵਾਰਸ ਨੂੰ ਉਹਦੇ ਬਾਰੇ ਜਾਣਕਾਰੀ ਦੇ ਦਿੱਤੀ ਜਾਂ ਨਾ ਦੇ ਦਿੱਤੀ। ਜੀ। ਆਮ ਤੌਰ 'ਤੇ ਇਹਨਾਂ ਵਸੀਅਤਾਂ ਦੀ ਜਾਣਕਾਰੀ ਲੋਕ ਦਿੰਦੇ ਨਹੀਂ ਹੈ ਅੱਗੇ ਵਾਰਸਾਂ ਨੂੰ, ਜਿਸ ਕਰਕੇ ਇਹਨਾਂ ਵਸੀਅਤਾਂ ਦਾ ਝਗੜਾ ਹੀ ਰਹਿੰਦਾ। ਸਹੀ ਵਸੀਅਤ ਜਿਹੜੀ ਹੁੰਦੀ ਹੈ ਉਹ ਰਜਿਸਟਰਡ ਵਸੀਅਤ ਹੀ ਹੁੰਦੀ ਹੈ। ਕਈ ਵਾਰੀ ਇੱਦਾਂ ਹੁੰਦਾ ਬੰਦਾ ਵਸੀਅਤ ਕਰ ਜਾਂਦਾ, ਆਪਣੇ ਟਰੰਕ 'ਚ ਰੱਖਤੀ, ਆਪਣੀ ਫਾਈਲ 'ਚ ਰੱਖਤੀ, ਵਾਰਸਾਂ ਨੂੰ ਨਹੀਂ ਪਤਾ ਲੱਗਿਆ, ਉਹ ਸਿੱਧੀ ਵਿਰਾਸਤ ਵੀ ਹੋ ਜਾਂਦੀ ਹੈ ਜੀ। ਮੰਨ ਲਓ ਬੰਦੇ ਨੇ ਨਾ ਤਾਂ ਰਜਿਸਟਰਡ ਵਸੀਅਤ ਹੀ ਕਰਾਈ, ਨਾ ਵਿਰਾਸਤ ਸੰਬੰਧੀ ਉਹਨੇ ਕੋਈ ਅਨਰਜਿਸਟਰਡ ਵਸੀਅਤ ਹੀ ਲਿਖ ਕੇ ਕਿਸੇ ਨੂੰ ਦੱਸਿਆ, ਉਹਦੀ ਡੋਲ ਡਰਮ 'ਚ ਪਈ ਰਹਿ ਜਾਂਦੀ ਹੈ। ਕਾਫੀ ਅਰਸੇ ਬਾਅਦ ਜਾ ਕੇ ਜਦੋਂ ਕੋਈ ਵਾਰਸ ਉਹਦਾ ਜਾਂ ਉਹਦੀ ਘਰ ਵਾਲੀ ਜਾਂ ਉਹਦੇ ਬੱਚੇ ਕਿਤੇ ਕਾਗਜ਼ ਪੱਤਰ ਫੋਲਦੇ ਆ ਤਾਂ ਉਹ ਵਸੀਅਤ ਜਿਹੜੀ ਹੈਗੀ ਆ ਅਨਰਜਿਸਟਰਡ ਵਸੀਅਤ ਉਹ ਨਿਕਲ ਜਾਂਦੀ ਹੈ। ਜਦ ਕਿ ਪਹਿਲਾਂ ਸਿੱਧੇ ਤੌਰ 'ਤੇ ਵਸੀਅਤ ਉਹਦੇ ਸਾਰੇ ਵਾਰਸਾਂ ਦੇ ਨਾਮ 'ਤੇ ਹੋ ਚੁੱਕੀ ਹੁੰਦੀ ਹੈ ਜੀ, ਉਹਦਾ ਇੰਤਕਾਲ ਹੋ ਚੁੱਕਿਆ ਹੁੰਦਾ ਹੈ। ਫਿਰ ਇਹ ਵਸੀਅਤ ਜਿਹੜੀ ਹੈਗੀ ਹੈ ਝਗੜੇ ਪੈਦਾ ਕਰਨ ਦਾ ਕੰਮ ਕਰਦੀ ਹੈ, ਰਿਸ਼ਤੇਦਾਰੀਆਂ ਖ਼ਤਮ ਕਰ ਦਿੰਦੀ ਹੈ। ਬਿਲਕੁਲ ਠੀਕ ਹੈ। ਕਈ ਵਾਰੀ ਇੱਦਾਂ ਹੁੰਦਾ ਹੈ ਵਾਰਸ ਦੇ ਮਰਨ ਤੋਂ ਪਹਿਲਾਂ, ਵਸੀਅਤ ਲਿਖਣ ਵਾਲੇ ਦੇ ਤੋਂ ਮਰਨ ਤੋਂ ਪਹਿਲਾਂ ਉਸਦਾ ਕੋਈ ਵਾਰਸ ਮਰ ਜਾਂਦਾ ਜਿਹਦੇ ਨਾਮ ਇਹ ਵਸੀਅਤ ਲਿਖੀ ਹੁੰਦੀ ਹੈ ਜੀ, ਉਹ ਵੀ ਕਲੇਸ਼ ਖੜਾ ਕਰਦੀ ਹੈ। ਉਹ ਜਿਹੜੀ ਤੀਸਰੀ ਕਿਸਮ ਦੀ ਵਸੀਅਤ ਹੈ ਜੀ, ਉਹ ਇਹ ਵਸੀਅਤ ਹੁੰਦੀ ਹੈ ਕੋਈ ਵੀ ਵਿਅਕਤੀ ਆਪਣੀ ਵਸੀਅਤ ਆਪ ਲਿਖ ਕੇ ਜੀ, ਬਿਨਾਂ ਰਜਿਸਟਰ ਕਰਾਏ ਜ਼ਿਲ੍ਹੇ ਦੇ ਕਲੈਕਟਰ ਕੋਲ, ਜਿਹਨੂੰ ਕਿ ਰਜਿਸਟਰਾਰ ਦੀਆਂ ਪਾਵਰਾਂ ਵੀ ਹੁੰਦੀਆਂ, ਡਿਸਟ੍ਰਿਕਟ ਮੈਜਿਸਟਰੇਟ ਦੀਆਂ ਪਾਵਰਾਂ ਵੀ ਹੁੰਦੀਆਂ ਜੀ,
ਉਹਨਾਂ ਕੋਲ ਇੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਇਹ ਜੀ ਵਸੀਅਤ ਨੂੰ ਉਹ ਆਪਣੇ ਇੱਕ ਬੰਦ ਲਿਫਾਫੇ 'ਚ ਸੀਲ ਕਰਕੇ ਉਹ ਰਜਿਸਟਰਾਰ ਦੇ ਕੋਲ ਜਮ੍ਹਾਂ ਕਰਾ ਸਕਦਾ ਜੀ। ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਦਾ ਕੋਈ ਵੀ ਵਾਰਸ ਉਹਦਾ ਡੈਥ ਸਰਟੀਫਿਕੇਟ ਦੇ ਕੇ ਰਜਿਸਟਰਾਰ ਕੋਲ ਜਾ ਸਕਦਾ ਹੈ, ਮੇਰੇ ਫਾਦਰ ਨੇ ਜਾਂ ਮੇਰੇ ਪੇਰੈਂਟਸ ਨੇ ਆਹ ਵਸੀਅਤ ਤੁਹਾਡੇ ਕੋਲ ਜਮ੍ਹਾਂ ਕਰਾਈ ਸੀ ਜੀ, ਇਸ ਨੂੰ ਖੋਲ੍ਹਿਆ ਜਾਵੇ। ਉੱਥੇ ਉਹ ਰਜਿਸਟਰ ਵੀ ਕਰਾ ਸਕਦਾ ਉਹਨੂੰ, ਕਿਉਂਕਿ ਸੀਲਡ ਹੁੰਦੀ ਹੈ, ਕਵਰ 'ਚ ਸੀਲ ਹੁੰਦੀ ਹੈ ਜੀ। ਉਹ ਫਿਰ ਇਹ ਨਾਲ ਲਿਖ ਕੇ ਦੇਗਾ ਕਿ ਇਹਨੂੰ ਖੋਲ੍ਹਣ ਤੋਂ ਬਾਅਦ ਵਸੀਅਤ ਨੂੰ ਇਹਨੂੰ ਰਜਿਸਟਰ ਵੀ ਕੀਤਾ ਜਾਵੇ, ਜਿਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਜੀ। ਉਹ ਰਜਿਸਟਰਾਰ ਸਾਹਿਬ ਨੇ ਆਪਣੀ ਹਾਜ਼ਰੀ 'ਚ ਇੱਕ ਉਹਨਾਂ ਕੋਲ ਪੇਟੀ ਹੁੰਦੀ ਹੈ ਜਿਹਨੂੰ ਆਪਾਂ ਤਿਜੋਰੀ ਕਹਿੰਦੇ ਹਾਂ, ਤਿਜੋਰੀ 'ਚ ਰੱਖੀ ਹੁੰਦੀ ਹੈ, ਉਹਦੇ ਵਿੱਚ ਰਜਿਸਟਰ ਰੱਖਿਆ ਹੁੰਦਾ ਜੀ, ਜਿਹਦੇ 'ਚ ਦਰਜ ਕੀਤਾ ਹੁੰਦਾ ਵੀ ਅੱਜ ਫਲਾਣੇ ਬੰਦੇ ਨੇ ਇਹ ਵਸੀਅਤ ਮੇਰੇ ਦਫ਼ਤਰ 'ਚ ਸੀਲਬੰਦ ਲਿਫਾਫਾ ਜਮ੍ਹਾਂ ਕਰਾਇਆ, ਉਹਦਾ ਆਹ ਸੀਰੀਅਲ ਨੰਬਰ ਹੈ ਜੀ। ਫਿਰ ਉਹਦੀ ਡੈਥ ਤੋਂ ਬਾਅਦ ਜਦੋਂ ਖੋਲ੍ਹਦੇ ਹਾਂ ਤਾਂ ਜੇ ਤਾਂ ਵਾਰਸ ਚਾਹਣ ਵੀ ਸਾਨੂੰ ਤੁਸੀਂ ਅਨਰਜਿਸਟਰਡ ਹੀ ਦੇ ਦਿਓ, ਸਾਡਾ ਸਰ ਜੇਗਾ, ਜਿੱਥੇ ਸਾਰੇ ਵਾਰਸ ਰਜਾਮੰਦ ਹੋਣ ਜੀ। ਜਿੱਥੇ ਨਾ ਰਜਾਮੰਦ ਹੋਣ ਫਿਰ ਇਹ ਹੁੰਦਾ ਵੀ ਉਹ ਕਹਿੰਦੇ ਜੀ ਸਾਨੂੰ ਇਹ ਖੋਲ੍ਹ ਕੇ ਰਜਿਸਟਰ ਕਰਤੀ ਜਾਵੇ। ਉਹਨੂੰ ਵੀ ਕੋਈ ਚੈਲੰਜ ਨਹੀਂ ਹੈ, ਕਿਉਂਕਿ ਉਹ ਰਜਿਸਟਰਾਰ ਦੇ ਸੀਲਬੰਦ ਲਿਫਾਫੇ 'ਚ ਪਈ ਹੈ, ਉਹਦੀ ਤਿਜੋਰੀ 'ਚ ਪਈ ਹੈ, ਉਹਨੂੰ ਕਿਸੇ ਨੇ ਛੇੜਿਆ ਨਹੀਂ ਹੈ। ਜੇ ਛੇੜੂਗਾ ਤਾਂ ਰਜਿਸਟਰਾਰ ਹੀ ਛੇੜੂਗਾ ਉਹਨੂੰ, ਖੋਲ੍ਹੂਗਾ ਉਹਦਾ ਲਿਫਾਫਾ ਖੋਲ੍ਹ ਕੇ, ਜਿਵੇਂ ਫਿਰ ਵਾਰਸ ਚਾਹਣਗੇ ਉਹਨਾਂ ਨੂੰ ਰਜਿਸਟਰ ਕਰ ਦੇਗਾ ਜਾਂ ਨਾ ਰਜਿਸਟਰ ਕਰਕੇ ਉਹਨਾਂ ਨੂੰ ਦੇ ਦੇਗਾ। ਇੱਕ ਕਾਪੀ ਉਹ ਫਿਰ ਵੀ ਆਪਣੇ ਦਫ਼ਤਰ 'ਚ ਦੀ ਪਹਿਲਾਂ ਤਾਂ ਰਜਿਸਟਰਾਂ 'ਚ ਦਰਜ ਕੀਤੀ ਜਾਂਦੀ ਸੀ ਹੱਥ ਨਾਲ, ਹੁਣ ਫੋਟੋ ਸਟੇਟ ਕਰਾ ਕੇ ਉਹਨੂੰ ਰਜਿਸਟਰ ਦੇ ਵਿੱਚ ਚਸਪਾ ਕਰ ਲਿਆ ਜਾਂਦਾ ਜੀ। ਇਸ ਕਿਸਮ ਦੀ ਜਿਹੜੀ ਵਸੀਅਤ ਹੈ ਇਹ ਆਮ ਤੌਰ 'ਤੇ ਸੁਪਰੀਮ ਕੋਰਟ ਤੱਕ ਵੀ ਟੁੱਟਦੀ ਨਹੀਂ ਹੈ ਜੀ, ਕਿਉਂਕਿ ਉਹ ਇੱਕ ਜ਼ਿੰਮੇਵਾਰ ਅਫਸਰ ਕੋਲ ਹੁੰਦੀ ਹੈ, ਬਿਲਕੁਲ ਜੀ। ਸੀਲਡ ਕਵਰ 'ਚ ਹੁੰਦੀ ਹੈ। ਅਫਸਰ ਨੇ ਸੀਲ ਕਵਰ ਖੋਲ੍ਹਣਾ, ਉਹਨੇ ਰਜਿਸਟਰ ਕਰਨੀ ਹੈ, ਹੈ ਨਾ। ਗਵਾਹ ਜਿਹੜੇ ਹੈਗੇ ਉਹ ਮੌਕੇ 'ਤੇ ਕੋਈ ਵੀ ਪਾਏ ਜਾ ਸਕਦੇ ਜੀ, ਹੈ ਨਾ। ਉਹ ਬੰਦਾ ਖਲਵਾਉਣ ਵਾਲਾ ਆਪ ਵੀ ਗਵਾਹ ਹੋ ਸਕਦਾ, ਜਾਂ ਆਪਣੇ ਦੋ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਨਾਲ ਲਿਜਾ ਕੇ ਗਵਾਹੀ ਕਰ ਸਕਦਾ ਵੀ ਹਾਂ ਮੇਰੇ ਸਾਹਮਣੇ ਇਹ ਰਜਿਸਟਰਾਰ ਨੇ ਖੋਲ੍ਹੀ ਅਤੇ ਇਹ ਇੰਪਲੀਮੈਂਟ ਹੋਏਗੀ ਜੀ। ਔਰ ਉਹ ਨੋ ਡਾਊਟ ਕਿਤੇ ਵੀ ਉਹ ਚੈਲੰਜੇਬਲ ਨਹੀਂ ਹੈ ਜੀ। ਹਾਲਾਂਕਿ ਰਜਿਸਟਰਡ ਵਸੀਅਤ ਵੀ ਕਈ ਵਾਰੀ ਦੋ ਹੋ ਜਾਂਦੀਆਂ। ਇੱਕ ਮੈਂ ਅੱਜ ਕਰਾਤੀ ਵਸੀਅਤ, 10 ਦਿਨਾਂ ਬਾਅਦ ਦੂਜੇ ਮੁੰਡੇ ਦੇ ਨਾਮ 'ਤੇ ਕਰਾਤੀ, 10 ਦਿਨਾਂ ਬਾਅਦ ਤੀਜੇ ਮੁੰਡੇ ਦੇ ਨਾਮ 'ਤੇ ਕਰਾਤੀ। ਉਹ ਜਦੋਂ ਫਿਰ ਤਿੰਨਾਂ ਦੇ ਨਾਮ 'ਤੇ ਹੋ ਗਈ ਜਾਂ ਚਾਰਾਂ ਦੇ ਨਾਮ 'ਤੇ ਹੋ ਗਈ, ਉਹਦੇ 'ਚੋਂ ਫਿਰ ਇਹੋ ਜਿਹਾ ਕੀਤਾ ਜਾਂਦਾ ਕਿ ਜਿਹੜੀ ਉਹਦੀ ਘਰ ਵਾਲੀ ਹੁੰਦੀ ਹੈ ਉਹਨੂੰ ਛੱਡ ਦਿੰਦੇ ਆ ਜੀ, ਜਾਂ ਕੁੜੀਆਂ ਨੂੰ ਛੱਡ ਦਿੰਦੇ ਆ, ਹੈ ਨਾ। ਉਸ ਕਰਕੇ ਫਿਰ ਉਹ ਜਿਹੜੀ ਚੀਜ਼ ਹੈਗੀ ਹੈ ਉਹ ਕਿਸੇ ਵੀ ਕੋਰਟ 'ਚ ਚੈਲੰਜ ਹੋ ਸਕਦੀ ਹੈ ਜੀ। ਬਿਲਕੁਲ, ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ naibtehsildar.com ਕਾਨੂੰਨ ਜਾਇਦਾਦ ਦਾ। ਤੁਹਾਡੀ ਕੋਈ ਕੁਐਰੀ ਹੈ, ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਆਪਣਾ ਮੈਸੇਜ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਅਤੇ ਆਪਣਾ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਇਸ ਸਵਾਲ ਦਾ ਜਵਾਬ ਜ਼ਰੂਰ ਦਈਏ। ਜੇਕਰ ਵਸੀਅਤ ਨਾ ਵੀ ਹੋਵੇ ਤਾਂ ਵੀ ਰਜਿਸਟਰੀ ਹੋ ਸਕਦੀ ਹੈ? ਦੇਖੋ, ਵਸੀਅਤ ਹੋਵੇ ਜਾਂ ਨਾ ਹੋਵੇ, ਇਹ ਦੋ ਪਹਿਲੂ ਹੈ ਜੀ। ਜਦੋਂ ਕਿਸੇ ਜਾਇਦਾਦ ਦੇ ਮਾਲਕ ਨੇ ਮਰ ਜਾਣਾ ਤਾਂ ਉਸ ਦੀ ਨਾਲ ਸੰਬੰਧਿਤ ਜਾਇਦਾਦ ਦਾ ਇੰਤਕਾਲ ਉਹਦੇ ਵਾਰਸਾਂ ਦੇ ਨਾਮ ਹੋਣਾ ਹੀ ਹੋਣਾ ਜੀ। ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ, ਇੱਕ ਤਾਂ ਵਸੀਅਤ ਦੇ ਆਧਾਰ 'ਤੇ ਇੰਤਕਾਲ ਹੋ ਜਾਂਦਾ। ਵਸੀਅਤ ਤਿੰਨਾਂ 'ਚੋਂ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ ਜੀ। ਇੱਕ ਹੁੰਦਾ ਸਿੱਧਾ ਵਿਰਾਸਤ, ਜਿਹਦੇ 'ਚ ਕਿਸੇ ਵਸੀਅਤ ਦੀ ਲੋੜ ਨਹੀਂ,
ਪਟਵਾਰੀ ਕੋਲ ਬੰਦਾ ਜਾਂਦਾ, ਡੈਥ ਸਰਟੀਫਿਕੇਟ ਦਿੰਦਾ, ਪਟਵਾਰੀ ਉਹਦਾ ਕੁਰਸੀਨਾਮਾ ਜਿਹੜਾ ਹੈਗਾ ਉਸੇ ਪਿੰਡ ਦੇ ਉਸੇ ਪੱਤੀ ਦੇ ਨੰਬਰਦਾਰ ਤੋਂ ਤਸਦੀਕ ਕਰਵਾਉਂਦਾ ਜੀ, ਜਿਹਦੇ 'ਚ ਕੁਰਸੀਨਾਮਾ ਜਿਹੜਾ ਹੈਗਾ ਉਹ ਇੰਤਕਾਲ ਦੇ ਪਿਛਲੇ ਪਾਸੇ ਬਣਾਇਆ ਜਾਂਦਾ ਜੀ, ਉਸ 'ਤੇ ਉਸ ਨੰਬਰਦਾਰ ਦੇ, ਉਸ ਸਰਪੰਚ ਦੇ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਕਿ ਮੈਂ ਇਹਨੂੰ ਇੰਨੀ ਦੇਰ ਤੋਂ ਜਾਣਦਾ, ਇਸ ਵਿਅਕਤੀ ਦੇ ਇਹੀ ਵਾਰਸ ਹੈ, ਇਹਨਾਂ ਤੋਂ ਇਲਾਵਾ ਹੋਰ ਕੋਈ ਵਾਰਸ ਨਹੀਂ ਹੈ। ਉਹਦੇ 'ਚ ਜਿਹੜੇ ਵਾਰਸ ਮਰ ਚੁੱਕੇ ਹੁੰਦੇ ਆ ਉਹਨਾਂ ਦਾ ਵੇਰਵਾ ਦਿੱਤਾ ਜਾਂਦਾ ਜੀ, ਉਹਨਾਂ ਦੇ ਲੜਕੀਆਂ ਦਾ ਵੇਰਵਾ ਦਿੱਤਾ ਜਾਂਦਾ, ਲੜਕਿਆਂ ਦਾ ਵੇਰਵਾ ਦਿੱਤਾ ਜਾਂਦਾ। ਠੀਕ ਹੈ, ਜੇ ਇੱਕ ਵਿਅਕਤੀ ਦੇ ਇੱਕ ਜਾਂ ਦੋ ਤੋਂ ਵੱਧ ਵਿਆਹ ਹੈ ਤਾਂ ਉਹਨਾਂ ਦਾ ਵੇਰਵਾ ਦਿੱਤਾ ਜਾਂਦਾ ਜੀ, ਕਿਉਂਕਿ ਜੇ ਤਾਂ ਮਾਂ ਜਿਉਂਦੀ ਹੈ, ਮਰਨ ਵਾਲੇ ਦੀ ਮਾਂ ਜਿਉਂਦੀ ਹੈ ਤਾਂ ਉਹਨੂੰ ਇੱਕ ਹਿੱਸਾ ਜਿਹੜਾ ਹੈਗਾ, ਜੇ ਅੱਗੇ 4 ਪੁੱਤ ਹੈ, 2 ਧੀਆਂ 6 ਹੋ ਗਏ, ਇੱਕ ਮਾਂ 7, 1/7 ਹਿੱਸਾ ਮਾਂ ਨੂੰ ਜਾਣਾ ਹੀ ਜਾਣਾ ਹੈ। ਜੀ, ਠੀਕ ਹੈ, ਐਦਾਂ ਹੀ ਲੇਡੀਜ਼ ਹੈਗੀਆਂ ਜਿਹੜੀਆਂ ਜੇ ਇੱਕ ਜਾਂ ਇੱਕ ਤੋਂ ਵੱਧ ਵਿਆਹ ਹੈ ਤਾਂ ਦੋਹਾਂ ਨੂੰ ਇੱਕ ਇੱਕ ਹਿੱਸਾ ਜਾਣਾ ਹੀ ਜਾਣਾ। ਜੀ। ਤੇ ਅਲਵਾਲੇ ਸਾਹਿਬ, ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਜਿਹੜੀ ਜਾਇਦਾਦ ਹੁੰਦੀ ਹੈ, ਜ਼ਮੀਨ ਜਾਇਦਾਦ, ਉਹ ਚੱਲ ਤੇ ਅਚਲ ਹੁੰਦੀ ਹੈ। ਦਰਸ਼ਕਾਂ ਨੂੰ ਇੱਕ ਵਾਰ ਇਹ ਜ਼ਰੂਰ ਦੱਸ ਦਿਓ, ਇਹਦਾ ਫਰਕ ਵੀ ਪਤਾ ਲੱਗ ਜਾਏਗਾ ਕਿ ਚੱਲ ਤੇ ਅਚਲ ਜਾਇਦਾਦ ਦੇ ਵਿੱਚ ਕੀ ਅੰਤਰ ਹੈ। ਹਾਂ, ਚੱਲ ਜਾਇਦਾਦ ਹੁੰਦੀ ਹੈ ਜਿਵੇਂ ਕਿਸੇ ਕੋਲ ਮੋਟਰਸਾਈਕਲ ਹੈ, ਕਿਸੇ ਕੋਲ 10 ਮੱਝਾਂ ਹੀ ਹੈ, ਠੀਕ ਹੈ, ਕਿਸੇ ਕੋਲ ਬੈਂਕ ਬੈਲੈਂਸ ਹੈ ਜੀ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਚੱਲ ਜਾਇਦਾਦ 'ਚ ਆ ਜਾਂਦੀਆਂ, ਜਿਨ੍ਹਾਂ ਦਾ ਕੋਈ ਰਜਿਸਟਰਡ ਡਾਕੂਮੈਂਟ ਨਹੀਂ ਹੁੰਦਾ। ਜੀ, ਅਚਲ ਜਾਇਦਾਦ ਉਹ ਹੁੰਦੀ ਹੈ ਜਿਹੜੀ ਦਾ ਕੋਈ ਨਾ ਕੋਈ ਰਿਟਨ ਪ੍ਰੂਫ ਹੁੰਦਾ, ਰਿਟਨ ਡਾਕੂਮੈਂਟ ਹੁੰਦਾ, ਜਾਂ ਐਵੇਂ ਕਹਿ ਲਓ ਕਿ ਅਚਲ ਜਾਇਦਾਦ ਉਹ ਹੈ ਜਿਹੜੀ ਧਰਤੀ ਨਾਲ ਜੁੜੀ ਹੋਈ ਹੈ, ਜੀ, ਐਮਬੈਡਡ ਟੂ ਅਰਥ, ਚਾਹੇ ਉਹ 1 ਇੰਚ ਥੱਲੇ ਗਈ ਹੋਈ ਹੈ, ਚਾਹੇ 2 ਇੰਚ ਥੱਲੇ ਗਈ ਹੋਈ ਹੈ। ਜੀ, 3 ਫੁੱਟ ਤੱਕ ਬੰਦਾ ਉਸ ਜ਼ਮੀਨ ਦਾ, ਡੂੰਘਾਈ ਤੱਕ 3 ਫੁੱਟ ਤੱਕ ਮਾਲਕ ਹੁੰਦਾ, 3 ਫੁੱਟ ਤੋਂ ਥੱਲੇ ਸਰਕਾਰੀ ਮਾਲਕ ਹੁੰਦੀ ਹੈ। ਜੀ, ਜੇ ਮਾਈਨਿੰਗ ਐਕਟ ਦੀ ਤੁਸੀਂ ਪ੍ਰੋਵੀਜ਼ਨ ਦੇਖੋ ਤਾਂ ਕੋਈ ਵੀ ਵਿਅਕਤੀ 3 ਫੁੱਟ ਤੱਕ ਆਪਣੀ ਜ਼ਮੀਨ 'ਚੋਂ ਮਾਈਨਿੰਗ ਕਰ ਸਕਦਾ, ਉਸ ਤੋਂ ਥੱਲੇ ਨਹੀਂ ਕਰ ਸਕਦਾ। ਜੀ, ਚੱਲ ਜਾਇਦਾਦ ਉਹ ਹੁੰਦੀ ਹੈ ਜਿਹੜੀ ਤੁਰਦੀ ਫਿਰਦੀ ਰਹਿੰਦੀ ਹੈ, ਘੋੜੇ ਹੋ ਗਏ, ਹਾਥੀ ਹੋ ਗਏ, ਬੈਲ ਹੋ ਗਏ, ਸਾਈਕਲ ਹੋ ਗਿਆ, ਠੀਕ ਹੈ। ਜੀ, ਇਹ ਚੀਜ਼ਾਂ ਜਿਹੜੀਆਂ ਹੋ ਗਈਆਂ ਇਹ ਚੱਲ ਜਾਇਦਾਦ 'ਚ ਆ ਜਾਂਦੀਆਂ, ਜੀ, ਜਿਨ੍ਹਾਂ ਵਾਸਤੇ ਕਿਸੇ ਵਸੀਅਤ ਦੀ ਜਾਂ ਕਿਸੇ ਦੀ ਲੋੜ ਨਹੀਂ ਹੁੰਦੀ। ਵੈਸੇ ਵਸੀਅਤ 'ਚ ਲਿਖਦੇ ਮੇਰੀ ਚੱਲ ਅਤੇ ਅਚਲ ਜਾਇਦਾਦ ਦਾ ਮਾਲਕ ਫਲਾਣਾ 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 ਹੋਏਗਾ। ਬਿਲਕੁਲ ਜੀ, ਠੀਕ ਹੈ। ਇਸੇ ਤਰ੍ਹਾਂ ਸੋਨਾ, ਚਾਂਦੀ, ਬੈਂਕ ਬੈਲੈਂਸ ਉਹ ਵੀ ਚੱਲ ਜਾਇਦਾਦ 'ਚ ਆ ਜਾਂਦਾ, ਜੀ, ਕਿਉਂਕਿ ਉਹ ਧਰਤੀ ਨਾਲ ਜੁੜੀ ਹੋਈ ਨਹੀਂ ਹੈ। ਇੰਨਾ ਕੁ ਫਰਕ ਹੈ ਚੱਲ ਤੇ ਅਚਲ ਜਾਇਦਾਦ ਦਾ। ਜਿਹੜੀ ਧਰਤੀ ਨਾਲ ਜੁੜੀ ਹੋਈ ਹੈ ਉਹ ਅਚਲ ਹੈ, ਜਿਹੜੀ ਧਰਤੀ ਨਾਲ ਨਹੀਂ ਜੁੜੀ ਹੋਈ ਉਹ ਚੱਲ ਹੈ। ਉਹ ਚੱਲ। ਜੀ, ਅਲਵਾਲ ਸਾਹਿਬ, ਤੁਸੀਂ ਵੱਖ-ਵੱਖ ਪਹਿਲੂਆਂ ਦੇ ਉੱਤੇ ਗੱਲ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਵਸੀਅਤ ਬਣਦੀ ਹੈ, ਕਿਸ ਤਰ੍ਹਾਂ ਉਹ ਲਾਗੂ ਹੁੰਦੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਨੇ ਸਾਡਾ naibtehsildar.com ਕਾਨੂੰਨ ਜਾਇਦਾਦ ਦਾ। ਜੇਕਰ ਤੁਹਾਡੀ ਕੋਈ ਕੁਐਰੀ ਹੈ, ਤੁਹਾਡਾ ਸਵਾਲ ਹੈ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਦੇ ਨਾਲ ਹੀ WhatsApp ਵੀ ਕਰ ਸਕਦੇ ਹੋ, ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਜ਼ਰੂਰ ਕੀਤਾ ਜਾਵੇ। ਸੋ ਇਸੇ ਤਰ੍ਹਾਂ ਅਗਲੇ ਐਪੀਸੋਡ ਦੇ ਵਿੱਚ ਫਿਰ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।